ਅੱਜ ਦੇ ਇਸ ਪੰਜਾਬੀ ਵਿਲਾਗ ਵਿੱਚ ਸਟਾਕਹੋਮ ਸਵੀਡਨ ਤੋਂ ਆਰਫ ਕਿਸਾਨਾਂ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਬਹੁਤ ਸਾਰੇ ਮੇਰੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬੀ ਵਿੱਚ ਵਿਲਾਗ ਵੀ ਹੋਣੇ ਚਾਹੀਦੇ ਨੇ। ਤੁਹਾਨੂੰ ਪਤਾ ਮੈਂ ਪਹਿਲਾਂ ਕੁਝ ਵਿਲਾਗ ਪੰਜਾਬੀ 'ਚ ਬਣਾਏ ਨੇ ਤੇ ਚਲੋ ਮੈਂ ਜਨਾਬ ਅੱਗੋਂ ਆਉਣ ਵਾਲੇ ਦਿਨਾਂ 'ਚ ਹੋਰ ਪੰਜਾਬੀ ਵਿੱਚ ਜਿਹੜੇ ਨੇ ਵਿਲਾਗ ਔਰ ਸਵੀਡਨ 'ਚ ਹੋਣ ਵਾਲੇ ਜਿਹੜੇ ਨੇ ਅਹਿਮ ਵਾਕਿਆਤ ਔਰ ਇੱਥੇ ਦੀਆਂ ਜਿਹੜੀਆਂ ਚੀਜ਼ਾਂ ਖਬਰਾਂ ਨੇ ਉਹ ਮੈਂ ਜਨਾਬ ਇਹਨਾਂ ਵਿਲਾਗਸ ਦੇ ਵਿੱਚ ਤੁਹਾਡੀ ਖਿਦਮਤ 'ਚ ਪੇਸ਼ ਕਰਦਾ ਰਹਾਂਗਾ। ਤੇ ਅੱਜ ਦਾ ਵਿਲਾਗ ਵੀ ਬੜਾ ਖਾਸ ਹੈ ਕਿ ਸਟਾਕਹੋਮ ਜਿਹੜਾ ਰੀਜਨ ਹੈ ਜਾਂ ਇਹਨੂੰ ਸੂਬਾ ਕਹਿ ਲਓ ਜਾਂ ਇਹਨੂੰ ਲੈਨ ਕਹਿ ਲਓ, ਇਹਦੇ ਜਿਹੜੇ ਗਵਰਨਰ ਹੈ ਉਹਦਾ ਨਾਂ ਹੈ ਅੰਨਾ ਸ਼ਿਨਬੈਰੀ ਬਾਥਰਾ। ਉਹ ਜਿਹੜੀ ਹੈ ਇਸ ਵਕਤ ਸਵੀਡਨ ਦੀ ਹੁਕਮਰਾਨ ਜਮਾਤ ਹੈ ਮੋਡਰੇਟ ਪਾਰਟੀ, ਇਹਦੀ ਪਹਿਲੇ ਉਹ ਲੀਡਰ ਰਹੀਆਂ ਨੇ ਤੇ ਹੁਣ ਇਸ ਵੇਲੇ ਉਹ ਸਟਾਕਹੋਮ ਕਾਉਂਟੀ ਜਾਂ ਸਟਾਕਹੋਮ ਲੈਨ ਜਾਂ ਰੀਜਨ ਇਹਦੀ ਉਹ ਗਵਰਨਰ ਨੇ। ਇਹ ਜਨਾਬ 2015 ਤੋਂ 2017 ਤੱਕ ਜਿਹੜੀ ਇਸ ਵਕਤ ਸਵੀਡਨ ਦੀ ਹੁਕਮਰਾਨ ਜਮਾਤ ਮੋਡਰੇਟ ਪਾਰਟੀ ਇਹਦੀ ਉਹ ਜਿਹੜੀ ਹੈ ਨਾ ਸਰਬਰਾਹ ਸਨ। ਇਸ ਵਕਤ ਜਿਹੜੇ ਵਜ਼ੀਰ ਆਜ਼ਮ ਨੇ ਉਲਫ ਕ੍ਰਿਸਟਸਨ ਇਹ ਮੋਡਰੇਟ ਪਾਰਟੀ ਦੇ ਸਰਬਰਾਹ ਨੇ, ਲੇਕਿਨ ਇਹਨਾਂ ਤੋਂ ਪਹਿਲਾਂ ਇਹ ਅੰਨਾ ਕਿਨਬੈਰੀ ਬਾਤਰਾ ਜਿਹੜੀਆਂ ਸਨ ਇਹ ਇਸ ਮੋਡਰੇਟ ਪਾਰਟੀ ਦੀ ਸਰਬਰਾਹ ਸਨ। ਫਿਰ ਇਹ ਸਵੀਡਨ ਦੀ ਪਾਰਲੀਮੈਂਟ ਦੀ ਮੈਂਬਰ ਵੀ ਰਹੀਆਂ ਨੇ 2016 ਤੋਂ 18 ਤੱਕ, ਔਰ ਉਸ ਤੋਂ ਪਹਿਲਾਂ 2010 ਤੋਂ 2015 ਤੱਕ ਇਹ ਸਵੀਡਨ ਦੀ ਪਾਰਲੀਮੈਂਟ ਵਿੱਚ ਆਪਣੀ ਜਮਾਤ ਜਿਹੜੀ ਮੋਡਰੇਟ ਪਾਰਟੀ ਉਸ ਵੇਲੇ ਇਹ ਸਵੀਡਨ ਦੀ ਦੂਜੀ ਵੱਡੀ ਜਮਾਤ ਹੁੰਦੀ ਸੀ ਉਹਦੀ ਇਹ ਪਾਰਲੀਮਾਨੀ ਲੀਡਰ ਵੀ ਰਹੀ ਨੇ, ਜਿਹਨੀ ਬਹੁਤ ਬੜਾ ਇਹਨਾਂ ਦਾ ਨਾਂ ਹੈ। ਫਿਰ ਇਹਨਾਂ ਨੂੰ ਜਿਹੜਾ ਨਾ ਉਹ 1 ਮਾਰਚ ਪਿਛਲੇ ਸਾਲ 2023 ਤੋਂ ਸਟਾਕਹੋਮ ਜਿਹੜਾ ਇਹ ਲੈਨ ਜਾਂ ਰੀਜਨ ਜਾਂ ਇਹਨੂੰ ਸੂਬਾ ਕਹਿ ਲਓ ਇਹਦਾ ਉਹਨਾਂ ਨੂੰ ਗਵਰਨਰ ਬਣਾਇਆ ਗਿਆ। ਤੇ ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਰੀਜਨ ਦੀ ਉਹਨੂੰ ਲੈਨ ਸਟੀਰਲਸਨ ਕਹਿੰਦੇ ਨੇ ਤੇ ਇਹ ਗਵਰਨਰ ਜਿਹੜਾ ਨਾ ਉਹਦਾ ਹੈਡ ਹੁੰਦਾ ਹੈ। ਤੇ ਲੈਨ ਸਟੀਰਲਸਨ ਕੋਲ ਜਿਹੜੇ ਨਾ ਬਹੁਤ ਸਾਰੇ ਮਹਿਕਮੇ ਹੁੰਦੇ ਨੇ ਔਰ ਇਹ ਸਹੀ ਜਿਹੜੀ ਹੈ ਨਾ ਸਵੀਡਨ ਦੀ ਬਿਊਰੋਕ੍ਰੇਸੀ ਕਹਿ ਲਓ ਇਹ ਉੱਥੇ ਹੁੰਦੀ ਹੈ। ਮੈਨੂੰ ਵੀ ਕੁਝ ਅਰਸਾ ਜਿਹੜਾ ਨਾ ਉਹ ਸਟਾਕਹੋਮ ਲੈਨ ਸਟੀਰਲਸਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਵੇਖਿਆ ਕਿ ਉੱਥੇ ਕਿਸ ਤਰ੍ਹਾਂ ਜਿਹੜਾ ਕੰਮਕਾਜ ਹੁੰਦਾ ਹੈ। ਇਹ ਜਿਹੜੀ ਗਵਰਨਰ ਨੇ ਅੰਨਾ ਕਿਨਬੈਰੀ ਇਹਨਾਂ ਕੀਤਾ ਹੈ ਕਿ ਇਹਨਾਂ ਨੇ ਆਪਣੀ ਉਹਨਾਂ ਦੀ ਇੱਕ ਦੋਸਤ ਸੀ ਅੰਨਾ ਬੋਰੀ, ਉਹਨਾਂ ਨੂੰ ਜਨਾਬ ਜਿਹੜੇ ਕਾਨੂੰਨ ਹੁੰਦਾ ਹੈ ਜਾਂ ਤਰੀਕਾਕਾਰ ਹੁੰਦਾ ਉੱਥੋਂ ਹਟ ਕੇ ਉਹਨਾਂ ਨੂੰ ਇੱਕ ਬੜੀ ਵੱਡੀ ਪੋਜੀਸ਼ਨ ਯਾਨੀ ਜਿਹੜੀ ਮਨਸੂਬਾਬੰਦੀ ਪਲਾਨਿੰਗ ਦੀ ਕੋਈ ਸਰਬਰਾਹ ਸੀ ਉਹਦੀ ਉਹਨਾਂ ਨੂੰ ਉਹਦੇ 'ਚ ਇਹਨਾਂ ਨੇ ਨੌਕਰੀ ਦੇ ਦਿੱਤੀ, ਜਿਹਦੀ ਮਹੀਨੇ ਦੀ 88,000 ਸਵੀਡਿਸ਼ ਕਰੋਨ ਤਨਖਾਹ ਹੈ। ਔਰ ਇਹ ਉਹਨਾਂ ਨੇ ਉਂਝ ਹੀ ਕੀਤਾ ਜਿਸ ਤਰ੍ਹਾਂ ਇੰਡੀਆ ਪਾਕਿਸਤਾਨ 'ਚ ਨਹੀਂ ਸਿਆਸਤਦਾਨ ਆਪਣੇ ਨਵਾਜ਼ਦੇ ਆਪਣੇ ਲੋਕਾਂ ਨੂੰ, ਇਹਨਾਂ ਵੀ ਬਿਲਕੁਲ ਉਂਝ ਹੀ ਕੀਤਾ। ਯਾਨੀ ਕਾਨੂੰਨ ਦੇ ਮੁਤਾਬਕ ਇੱਥੇ ਅਗਰ ਕੋਈ ਜਿਹੜੀ ਹੈ ਨਾ ਉਹ ਪੋਸਟ ਖਾਲੀ ਹੁੰਦੀ ਹੈ ਤੇ ਉਹਦਾ ਇਸ਼ਤਿਹਾਰ ਅਖਬਾਰ 'ਚ ਦੇਣਾ ਹੁੰਦਾ ਹੈ, ਉਹਦਾ ਆਰਬਿਸ ਫਾਰਮਿਦਲਿੰਗ ਜਿਹੜਾ ਇੱਥੇ ਦਫ਼ਤਰ ਰੁਜ਼ਗਾਰ ਉਹ 'ਚ ਇਸ਼ਤਿਹਾਰ ਆਉਂਦਾ ਔਰ ਫਿਰ ਜਿਹੜਾ ਇਦਾਰਾ ਹੁੰਦਾ ਉਹ ਆਪਣੀ ਵੈਬਸਾਈਟ ਤੇ ਵੀ ਉਹਦਾ ਇਸ਼ਤਿਹਾਰ ਲਾਉਂਦਾ ਜੀ ਕਿ ਸਾਡੇ ਕੋਲ ਇਹ ਪੋਸਟ ਖਾਲੀ ਹੈ, ਇਹਦੇ ਲਈ ਜਿੰਨੇ ਅਪਲਾਈ ਕਰਨਾ ਅਪਲਾਈ ਕਰੋ, ਇਹ ਆਖਰੀ ਤਾਰੀਖ ਹੈ। ਆਪਣੇ ਸਾਰੀ ਦਰਖਾਸਤ ਭੇਜਦੇ ਨੇ, ਦਰਖਾਸਤ ਭੇਜਣ ਤੋਂ ਬਾਅਦ ਉਹ ਫਿਰ ਉਹਦੀ ਛਾਨਬੀਨ ਹੁੰਦੀ ਹੈ, ਫਿਰ ਉਹਦਾ ਇੰਟਰਵਿਊ ਕਰਦੇ ਨੇ, ਉਸ ਤੋਂ ਬਾਅਦ ਜਾ ਕੇ ਕਿਸੇ ਨੂੰ ਜਿਹੜੀ ਨੌਕਰੀ ਦਿੱਤੀ ਜਾਂਦੀ ਹੈ। ਇਹ ਜਿਹੜੀ ਗਵਰਨਰ ਹੈ ਨਾ ਇਸ ਵਕਤ ਸਟਾਕਹੋਮ ਦੀ ਅੰਨਾ ਕਿਨਬੈਰੀ, ਇਹਨਾਂ ਨੇ ਜਨਾਬ ਇੰਜ ਕੀਤਾ ਕਿ ਉਹਨਾਂ ਦੀ ਆਪਣੀ ਜਿਹੜੀ ਦੋਸਤ ਸੀ ਉਹਨਾਂ ਦਾ ਨਾਂ ਵੀ ਅੰਨਾ ਹੀ ਹੈ, ਉਹਨਾਂ ਨੂੰ ਇਹਨਾਂ ਨੇ ਕੀਤਾ ਕਿ ਠੀਕ ਹੈ ਮੈਂ ਤੁਹਾਨੂੰ ਅੰਦਰੂਨੀ ਖਾਤੇ ਜਿਹੜਾ ਨਾ ਨੌਕਰੀ ਜਿਹੜੀਆਂ ਦੇ ਦੇਣੀ ਆ। ਇਹਨਾਂ ਨੇ ਉਹ ਜਿਹੜੀ ਪਲਾਨਿੰਗ ਮਨਸੂਬਾਬੰਦੀ ਦਾ ਜਿਹੜਾ ਸ਼ੋਭਾ ਸੀ ਉਹਦੀ ਹੈਡ ਉਹਨਾਂ ਨੂੰ ਚੀਫ ਲਾਇਆ। ਉਹਦੀ ਇਹਨਾਂ ਨੇ ਇੰਜ ਕੀਤਾ ਕਿ ਉਹਦਾ ਇਸ਼ਤਿਹਾਰ ਜਿਹੜਾ ਨਾ ਅਖਬਾਰ 'ਚ ਜਾਂ ਇੱਧਰ ਉੱਧਰ ਕਿਤੇ ਨਹੀਂ ਦਿੱਤਾ, ਆਪਣਾ ਜਿਹੜਾ ਨਾ ਲੈਂਡ ਸਟੀਰਲਸਨ ਉਹਦੇ ਉਹਨਾਂ ਨੋਟਿਸ ਬੋਰਡ ਤੇ ਲਾਤਾ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ, ਦੂਜੇ ਲਫ਼ਜ਼ਾਂ 'ਚ ਕਹਿ ਲਓ। ਅੱਛਾ, ਉਹਦਾ ਇਹ ਹੋਇਆ ਕਿ ਉਹ ਜਦੋਂ ਪੋਸਟ ਵਾਸਤੇ ਸਿਰਫ ਉਹ ਕੱਲੀ ਜਿਹੜੀ ਸੀ ਨਾ ਉਮੀਦਵਾਰ ਜਿਹਨੂੰ ਨੌਕਰੀ ਮਿਲੀ ਅੰਨਾ ਬੋਰਿਸ, ਉਹਨੇ ਜਨਾਬ ਅਪਲਾਈ ਕੀਤਾ, ਉਹ ਕੱਲੀ ਉਮੀਦਵਾਰ ਸੀ ਔਰ ਕੱਲੀ ਜਿਹੜੀ ਹੈ ਨਾ ਉਹਨੂੰ ਉਹਨਾਂ ਨੇ ਜਾਬ ਦੇ ਦਿੱਤੀ। ਜਦੋਂ ਇਹ ਗੱਲ ਉੱਥੇ ਦੀ ਜਿਹੜੀ ਕਹਿੰਦੇ ਕਿ ਹੁੰਦੀ ਹੈ ਮਜ਼ਦੂਰਾਂ ਦੀ ਯੂਨੀਅਨ ਐਸਟੀ ਟ੍ਰੇਡ ਯੂਨੀਅਨ ਨੂੰ ਪਤਾ ਲੱਗਾ ਤੇ ਉਹਨਾਂ ਕਿਹਾ ਜੀ ਕਿ ਕਾਨੂੰਨ ਦੇ ਮੁਤਾਬਕ ਇੱਕ ਤੇ ਇਹ ਤੁਸੀਂ ਇਹਦਾ ਇਸ਼ਤਿਹਾਰ ਪਬਲਿਕ ਵਿੱਚ ਆਮ ਕਰਨਾ ਹੁੰਦਾ ਹੈ, ਨੰਬਰ 2 ਜਿਹੜੀਆਂ ਇੱਥੇ ਮਜ਼ਦੂਰ ਯੂਨੀਅਨਸ ਹੁੰਦੀਆਂ ਨੇ ਐਸਟੀ ਸਾਕੋ ਜਾਂ ਦੂਸਰੀ ਉਹਨਾਂ ਨੂੰ ਵੀ ਦੱਸਣਾ ਹੁੰਦਾ ਹੈ, ਉਹਨਾਂ ਦੇ ਨੁਮਾਇੰਦਿਆਂ ਨੂੰ ਦੱਸਣਾ ਹੁੰਦਾ, ਉਹਨਾਂ ਦੇ ਨਾਂ ਲਿਖੇ ਹੁੰਦੇ ਨੇ ਇਸ਼ਤਿਹਾਰ ਦੇ ਵਿੱਚ ਤਾਂ ਕਿ ਕੋਈ ਬੰਦਾ ਸਵਾਲ ਜਵਾਬ ਪੁੱਛ ਸਕੇ। ਤੇ ਤੁਸੀਂ ਨੇ ਸਾਰਾ ਕੁਝ ਕੀਤਾ ਨਹੀਂ, ਤੁਸੀਂ ਜਨਾਬ ਨੋਟਿਸ ਬੋਰਡ ਤੇ ਲਾ ਕੇ ਤੇ ਚੋਰੀ ਖਾਤੇ ਉਹਨੇ ਜਨਾਬ ਦਰਖਾਸਤ ਭੇਜੀ ਤੇ ਨਾਲ ਹੀ ਤੁਸੀਂ ਉਹਨਾਂ ਨੂੰ ਨੌਕਰੀ ਦੇ ਕੇ 88,000 ਅਕਾਊਂਟ ਤੇ ਲਾ ਦਿੱਤਾ। ਇਹ ਜਨਾਬ ਜਦੋਂ ਪਤਾ ਲੱਗਾ ਤੇ ਰੌਲਾ ਪੈ ਗਿਆ, ਇੱਥੇ ਦਾ ਸਾਰਿਆਂ ਤੋਂ ਵੱਡਾ ਅਖਬਾਰ ਆਫਤ ਨੂੰ ਬੁਲਾ ਦਿੱਤੇ, ਉਹਨੇ ਵੀ ਜਨਾਬ ਇਹਦੀ ਰਿਪੋਰਟ ਛਾਪ ਦਿੱਤੀ, ਜਿਹੜੀ ਸਵੀਡਨ ਦਾ ਰੇਡੀਓ ਹੈ ਬਾਕੀ ਵੀ ਜਿਹੜੇ ਨੇ ਦਬਾ ਦਬ ਉਹ ਹੁਣ ਜਿਹੜੀ ਗਵਰਨਰ ਹੈ ਨਾ ਉਹਦੇ ਤੇ ਆ ਗਿਆ ਪ੍ਰੈਸ਼ਰ। ਅੱਛਾ ਵੇਖੋ, ਵੇਖਣ ਵਾਲੀ ਗੱਲ ਇਹ ਵੇ ਕਿ ਉਹ ਜਿਹੜੀ ਮੌਜੂਦਾ ਹੁਕੂਮਤ ਹੈ ਮੋਡਰੇਟ ਪਾਰਟੀ ਉਹਦੀ ਸਰਬਰਾਹ ਰਹੀਆਂ ਨੇ, ਉਹਦੀ ਤਰਫੋਂ ਉਹ ਗਵਰਨਰ ਬਣੀਆਂ ਨੇ, ਯਾਨੀ ਉਹਨਾਂ ਦੀ ਹੁਕੂਮਤ ਦੀ ਜਮਾਤ ਦੀ ਹੁਕੂਮਤ ਹੈ। ਲੇਕਿਨ ਇਹਦੇ ਬਾਵਜੂਦ ਵਜ਼ੀਰ ਆਜ਼ਮ ਕੋਈ ਉਹਨਾਂ ਦੀ ਸਪੋਰਟ ਲਈ ਨਹੀਂ ਆਇਆ, ਕਿਸੇ ਨੇ ਇਹ ਨਹੀਂ ਕਿਹਾ ਕਿ ਨਹੀਂ ਜੀ ਉਹਨੇ ਸਹੀ ਕਿਹਾ,
ਜਿਸ ਤਰ੍ਹਾਂ ਹੁੰਦਾ ਨਾ, ਗਲਤ ਬੰਦਾ ਕੰਮ ਕਰਦਾ ਦੂਜੇ ਨਾਲ ਕਹਿਣ ਲੱਗ ਪੈਂਦੇ ਨੂੰ। ਹੁਣ ਜਨਾਬ ਉਹਦੇ ਬਾਰੇ 'ਚ ਸਾਰਾ ਕੁਝ ਚੁੰਗੇ ਮੀਡੀਆ 'ਚ ਆ ਗਿਆ, ਇਹ ਰੌਲਾ ਪੈ ਗਿਆ, ਤੇ ਹੁਣ ਇਹਦਾ ਜ਼ਾਹਿਰ ਇਹਦਾ ਕੋਈ ਨਾ ਕੋਈ ਤੇ ਹੱਲ ਕੱਢਣਾ ਪਵੇਗਾ। ਤੇ ਤੁਸੀਂ ਇਹ ਦੇਖੋ ਕਿ ਇਹਦੀ ਦੋ ਚੀਜ਼ਾਂ ਇੱਥੇ ਸੋਚਣ ਵਾਲੀਆਂ ਨੇ। ਠੀਕ ਹੈ, ਇੱਥੇ ਵੀ ਗਲਤ ਬੰਦੇ ਹੁੰਦੇ ਨੇ, ਗਲਤ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਉਹ ਕਰਦੇ, ਆਪਣੇ ਲੋਕਾਂ ਨੂੰ ਫਾਇਦਾ ਵੀ ਪਹੁੰਚਾ ਸਕਦੇ, ਹੋ ਸਕਦਾ ਹੈ। ਲੇਕਿਨ ਜਦੋਂ ਉਹ ਗੱਲ ਆ ਜਾਂਦੀ ਹੈ ਨਾ ਅਖਬਾਰਾਂ 'ਚ, ਮੀਡੀਆ 'ਚ ਬਾਹਰ, ਤੇ ਫਿਰ ਉਹਨਾਂ ਨੂੰ ਬਚਾਉਣ ਕੋਈ ਨਹੀਂ ਆਉਂਦਾ, ਫਿਰ ਉਹ ਕਾਨੂੰਨ ਦੇ ਮੁਤਾਬਕ ਜਿਹੜੀ ਨਾ ਕਾਰਵਾਈ ਹੁੰਦੀ ਹੈ। ਤੇ ਇਹ ਬੜੀ ਇੰਟਰਸਟਿੰਗ ਖਬਰ ਸੀ, ਜਿਹਨੂੰ ਮੈਂ ਕਿਹਾ ਕਿ ਅੱਜ ਦੇ ਇਸ ਪੰਜਾਬੀ ਵਲਾਗ ਦਾ ਮੈਂ ਮੌਜੂ ਬਣਾਉਣਾ, ਤੇ ਤੁਸੀਂ ਦੱਸੋ ਕਿ ਤੁਹਾਨੂੰ ਇਹ ਜਿਹੜਾ ਵਲਾਗ ਕਿਸ ਤਰ੍ਹਾਂ ਦਾ ਲੱਗਾ, ਔਰ ਜਿਹੜੀ ਗਵਰਨਰ ਹੈ ਆਪਣਾ ਸਟਾਕਹੋਮ ਦੀ ਅੰਨਾ ਕਿਨਬੈਰੀ, ਇਹਨੇ ਜੋ ਕੁਝ ਕੀਤਾ ਹੈ, ਤੁਹਾਡੇ ਖਿਆਲ ਵਿੱਚ ਇਹਦਾ ਕੀ ਹੋਣਾ ਚਾਹੀਦਾ ਹੈ? ਔਰ ਤੁਸੀਂ ਇਹਦੇ ਬਾਰੇ 'ਚ ਹੋਰ ਕੋਈ ਅਗਰ ਗੱਲਬਾਤ ਕਰਨਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ, ਤੇ ਜਿਹੜਾ ਮੇਰਾ ਕਮੈਂਟਸ ਵਾਲਾ ਸੈਕਸ਼ਨ ਹੈ ਉਹਦੇ 'ਚ ਤੁਸੀਂ ਲਿਖ ਸਕਦੇ ਹੋ। ਤੇ ਬਾਕੀ ਮੈਂ ਇਹ ਕਹਾਂਗਾ ਕਿ ਤੁਸੀਂ ਆਪਣੀ ਰਾਏ ਵੀ ਦਿੰਦੇ ਰਿਹਾ ਕਰੋ, ਤੇ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਅਗਰ ਉਹ ਕਰਾ ਲੈਣਗੇ ਤੇ ਫਿਰ ਜਿਹੜੇ ਆਉਣ ਵਾਲੇ ਵਲਾਗ ਨੇ ਉਹਨਾਂ ਨੂੰ ਆਟੋਮੈਟਿਕ ਉਹਨਾਂ ਨੂੰ ਪਤਾ ਲੱਗਦਾ ਰਹੇਗਾ। ਆਪਣੀ ਰਾਏ ਜ਼ਰੂਰ ਦੱਸਿਓ, ਤੇ ਫਿਰ ਮਿਲਨੇ ਆ ਕਿਸੇ ਹੋਰ ਅਗਲੇ ਵਲਾਗ ਵਿੱਚ।